ਕਈ ਵਾਰੀ ਸਾਨੂੰ ਆਕਸੀਜਨ ਵੀ ਪੱਲਿਓਂ ਭਰਵਾਉਣੀ ਪੈਂਦੀ ਹੈ। ਅਸੀਂ ਗਲਵਜ਼ ਵੀ ਬਾਈ ਜੀ ਹਸਪਤਾਲਾਂ ਦੇ ਵਿੱਚੋਂ ਲੈਂਦੇ ਰਹੇ ਹਾਂ। ਉਹ ਜਿਹੜਾ ਆਪਣਾ ਨਾੜੂਆ ਹੁੰਦਾ ਪੰਜਾਬੀ 'ਚ ਦੱਸਦੇ ਆ, ਉਹ ਕੱਟਣਾ ਹੁੰਦਾ, ਉਹਦੇ ਲਈ ਵੀ ਇੱਕ ਸਰਜੀਕਲ ਬਲੇਡ ਚਾਹੀਦਾ ਹੁੰਦਾ ਜੋ ਪ੍ਰੋਪਰ ਉਹਦੇ ਵਿੱਚ ਕਵਰ ਦੇ ਵਿੱਚ ਹੁੰਦਾ। ਉਹ ਵੀ ਅਸੀਂ ਬਾਹਰੋਂ ਚੀਜ਼ ਜਾਂ ਕੈਂਚੀ ਨਾਲ ਜਾਂ ਇਸ ਤਰ੍ਹਾਂ ਨਹੀਂ ਕੱਟ ਸਕਦੇ। ਉਹ ਵੀ ਅਸੀਂ ਪੱਲਿਓਂ ਆਪਦੇ 5-10 ਰੁਪਈਆਂ ਦਾ ਹੁੰਦਾ ਉੱਤੇ ਉਹ ਲੈਂਦੇ ਹਾਂ। ਜਿਹੜੀਆਂ ਬਾਕੀ ਸ਼ੀਟਾਂ ਹੁੰਦੀਆਂ ਨੀਚੇ ਡਿਲੀਵਰੀ ਦੌਰਾਨ ਜੋ ਵੀ ਬਲੱਡ ਵਗੈਰਾ ਆਉਂਦਾ ਜਾਂ ਜੋ ਵੀ ਚੀਜ਼ਾਂ ਹੁੰਦੀਆਂ ਉਹ ਅਸੀਂ ਪੱਲਿਓਂ ਆਪਣੇ ਸਫਾਈ ਕਰਾਉਣੇ ਆ। ਜੇ ਕੰਪਨੀ ਜਿਹਦੀ ਵੀ ਤੁਸੀਂ ਗੱਲ ਕਰਦੇ ਹੋ, ਜੇ ਕੰਪਨੀ ਕਹਿੰਦੀ ਹੈ ਵੀ ਸਾਡੀਆਂ ਐਂਬੂਲੈਂਸਾਂ ਮੋੜੋ, ਕਰੀ ਜਾਓ ਧਰਨੇ, ਅਸੀਂ ਬੰਦੇ ਹੋਰ ਰੱਖ ਲਾਂਗੇ। ਕੰਪਨੀ ਭੁਲੇਖਾ ਕੱਢਦੇ ਵੀ ਗੱਡੀਆਂ ਇੱਥੋਂ ਲੈ ਜੂਗੀ, ਕਿਉਂਕਿ ਜੇ ਲੈ ਕੇ ਵੀ ਜਾਣੀਆਂ ਪ੍ਰਸ਼ਾਸਨ ਦੀ ਮਦਦ ਨਾਲ ਤਾਂ ਪਤਾ ਨਹੀਂ ਇੱਥੋਂ ਕਿੰਨੀਆਂ ਲਾਸ਼ਾਂ ਚੁੱਕਣੀਆਂ ਪੈਣੀਆਂ ਉਹਨਾਂ ਨੂੰ। ਜਦੋਂ ਕਰੋਨਾ ਦਾ ਦੌਰ ਸੀ ਉਦੋਂ ਤੁਹਾਨੂੰ ਵੀ ਕਰੋਨਾ ਯੋਧੇ ਆਖਿਆ ਜਾ ਰਿਹਾ ਸੀ। ਕਰੋਨਾ ਗਿਆ ਪਰ ਉਸ ਤੋਂ ਬਾਅਦ ਕੋਈ ਸਰਕਾਰ ਨੇ ਬਾਂਹ ਫੜੀ? ਬਿਲਕੁਲ ਜੀ, ਸਰਕਾਰ ਨੇ ਕਿ ਜਿਹੜੀ ਅਸੀਂ ਕੰਪਨੀ ਦੇ ਅੰਡਰ ਕੰਮ ਕਰਦੇ ਆ ਉਹਨਾਂ ਨੇ ਨਹੀਂ ਸਾਨੂੰ ਕਦੇ 500 ਰੁਪਇਆ ਵੱਧ ਦਿੱਤਾ ਹੋਵੇ, ਕਿਉਂਕਿ ਜਿਹੜੇ ਕੰਪਨੀ ਦੇ ਅੱਜ ਸੇਵਾ ਦੇ ਨਾਂ ਤੇ ਢੋਂਗ ਰਚ ਰਹੀ ਹੈ ਕੰਪਨੀ ਵੀ ਅਸੀਂ ਸੇਵਾ ਕਰ ਰਹੇ ਹਾਂ। ਸੇਵਾ ਨਹੀਂ, ਬਹੁਤ ਕਰੋੜਾਂ ਦਾ ਬਿਜ਼ਨਸ ਹੈ। 3 ਸਿਹਤ ਮੰਤਰੀ ਬਦਲ ਗਏ, ਕੀ ਅਸੀਂ ਹਰ ਰੋਜ਼ ਕਿਹਨੂੰ ਟਾਈਮ ਦੇਈ ਜਾਵਾਂਗੇ? ਪਰ ਜੋ ਸਿਹਤ ਮੰਤਰੀ ਦਾ ਰਵੱਈਆ ਜੋ ਕੱਲ ਤੁਸੀਂ ਦੇਖਿਆ ਵੀ ਜਲਦੀ ਪਰਤ ਜਾਓ ਨਹੀਂ ਤੁਹਾਨੂੰ ਨੌਕਰੀ ਤੋਂ। ਸਰ ਨੌਕਰੀ ਜਦੋਂ ਤੁਸੀਂ ਕਹੀ ਚੱਕਿਓ ਇਹ ਮੁਲਾਜ਼ਮ ਕੰਪਨੀ ਦੇ ਆ, ਫਿਰ ਤੁਸੀਂ ਨੌਕਰੀ ਤੋਂ ਵੀ ਨਹੀਂ ਤੁਸੀਂ ਕੱਢ ਸਕਦੇ। ਕੀ ਰਹਿ ਗਿਆ? ਉਹਨਾਂ ਨੂੰ ਵੀ ਤੁਸੀਂ ਕਿਹਾ ਵੀ ਜਲਦੀ ਆ ਜਾਓ, ਨੌਕਰੀ ਤੋਂ ਕੱਢ ਦਿੱਤੇ ਜਾਓਗੇ। ਉਹਨਾਂ ਦੀ ਤਨਖਾਹ 2 ਲੱਖ, ਉਹ ਤਾਂ ਜਲਦੀ ਆ ਗਏ। ਸਾਨੂੰ 9-10 ਹਜ਼ਾਰ ਰੁਪਈਆ ਅਸੀਂ ਕਿਤੋਂ ਵੀ ਲੈ ਲਾਂਗੇ। 9000 ਰੁਪਈਆ ਤਾਂ ਅੱਜ ਕੱਲ੍ਹ ਦਾ 600 ਰੁਪਈਆ ਦਿਹਾੜੀ ਇੱਕ ਦਿਨ ਦੀ ਆ ਬਾਈ ਜੀ। ਤਾਲਮੇਲ ਅਧਿਕਾਰੀ ਨਹੀਂ ਬਣਦੇ ਰਹੇ। ਜੋ ਹੈਲਥ ਡਿਪਾਰਟਮੈਂਟ ਦੇ ਅਧਿਕਾਰੀ ਆ ਉਹ ਸਰ ਉਹੀ ਪੁਰਾਣੇ ਦੇ ਪੁਰਾਣੇ ਆ। ਉਹ ਪਹਿਲਾਂ ਵਾਲੀਆਂ ਸਰਕਾਰਾਂ 'ਚ ਵੀ ਕੰਪਨੀ ਨਾਲ ਗੱਲਬਾਤ ਕਰਦੇ ਸੀ, ਹੁਣ ਵੀ ਉਹ ਸੀਐਮ ਮਾਨ ਸਾਹਿਬ ਤੱਕ ਗੱਲ ਨਹੀਂ ਸਹੀ ਪਹੁੰਚਾ ਰਹੇ। ਉਹ ਕਿਤੇ ਕਹਿੰਦੇ ਆ ਗੱਡੀਆਂ ਪੰਜਾਬ ਸਰਕਾਰ ਦੀਆਂ ਨਹੀਂ, ਇਹ ਕੰਪਨੀ ਦੀਆਂ, ਕਿਤੇ ਕਹਿੰਦੇ ਆ ਜੀ ਇਹ ਸੇਵਾ ਕਰਨ ਵਾਲੀ ਕੰਪਨੀ ਆ। ਲੋਕਾਂ ਨੂੰ ਬੜੀ ਪਰੇਸ਼ਾਨੀ ਹੋ ਰਹੀ ਹੈ। ਜੇ ਪਰੇਸ਼ਾਨੀ ਵਾਕਈ ਹੋ ਰਹੀ ਆ ਤਾਂ ਇਹ 'ਚ ਸਾਜੋ ਸਮਾਨ ਤੁਹਾਨੂੰ ਮੈਂ ਹਾਲਾਤ ਦਿਖਾ ਦਿੰਦਾ ਐਂਬੂਲੈਂਸਾਂ ਦੇ। ਆਪਾਂ ਕਦੇ ਵਾਸਤੇ ਦੇਖਦੇ ਹਾਂ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਇਲਾਜ ਆ ਜਿਹੜਾ ਉਹ ਵਧੀਆ ਹੁੰਦਾ, ਸਰਕਾਰੀ 'ਚ ਮਾੜਾ। ਪਰ ਸਰਕਾਰੀ ਹਸਪਤਾਲਾਂ ਦੇ ਵਿੱਚ ਜਿਹੜੇ ਗਲਵਜ਼ ਆ ਉਹ 1 ਨੰਬਰ ਆ ਰਹੇ ਆ, ਪਰ ਜਿਹੜੇ ਸਾਨੂੰ ਦਿੱਤੇ ਜਾ ਰਹੇ ਆ ਉਹ ਬਿਲਕੁਲ ਸਾਨੂੰ ਜਦੋਂ ਅਸੀਂ ਗਲਵਜ਼ ਪਾਉਣੇ ਆ ਪਾੜ ਜਾਂਦੇ ਆ। ਤੇ ਇਹ ਕੰਪਨੀ ਕਿੱਦੋਂ ਸੇਵਾ ਆ ਗਈ? ਇਹ ਬਿਜ਼ਨਸ ਆ ਇਹਨਾਂ ਕੰਪਨੀ ਦਾ, ਤੇ ਬਿਜ਼ਨਸ ਦੇ ਤੌਰ ਤੇ ਕਰੋੜਾਂ ਰੁਪਈਆ ਆਪਣੇ ਪੰਜਾਬ 'ਚੋਂ ਬਾਹਰ ਲੈ ਕੇ ਜਾ ਰਹੀ ਹੈ। ਕਿਹੜੀ ਕੰਪਨੀ ਦੇ ਅਧੀਨ ਆਉਂਦਾ ਹੈ ਸਾਰਾ ਸਿਸਟਮ? ਇਹ ਜੀ ZHL ਕੰਪਨੀ ਆ, ਜਕੇਸਾ ਹੈਲਥ ਕੇਅਰ। ਇਹ ਰਾਜਸਥਾਨ ਦੇ ਵਿੱਚ ਸ਼ਾਇਦ ਇਹ ਬਲੈਕ ਲਿਸਟ ਵੀ ਆ। ਤੁਹਾਨੂੰ ਮੈਂ ਦੱਸਣਾ ਚਾਹੁੰਦਾ ਜਿਹੜੀ ਕੰਪਨੀ ਕਹਿ ਰਹੀ ਹੈ ਨਾ ਇਹ ਮਰੀਜ਼ਾਂ ਨੂੰ ਪਰੇਸ਼ਾਨ ਕਰ ਰਹੇ ਆ, ਉਹਨਾਂ ਨੇ 1 ਦਿਨ ਪਹਿਲਾਂ ਸਟ੍ਰਾਈਕ ਤੋਂ ਡੀਜ਼ਲ ਪਾਉਣਾ ਬੰਦ ਕਰਤਾ ਸੀ। ਤਾਂ ਕੀ ਉਸ ਦੌਰਾਨ ਮਰੀਜ਼ਾਂ ਦੀ ਡੈਥ ਜਾਂ ਉਹ ਮਰੀਜ਼ ਪਰੇਸ਼ਾਨ ਨਹੀਂ ਹੋਏ? ਕਾਲ ਲੈਣੀ ਬੰਦ ਕਰਤੀ ਸੀ। ਅਸੀਂ ਜਿਹੜੀ ਐਂਬੂਲੈਂਸ ਦੇ ਵਿੱਚ ਇਸ ਸਮੇਂ ਬੈਠੇ ਹੋਏ ਆ, ਇਹਨੇ ਪਤਾ ਨਹੀਂ ਕਿੰਨੇ ਲੋਕਾਂ ਦੀ ਜਾਨ ਬਚਾਈ ਹੋਊ, ਕਿੰਨੇ ਲੋਕਾਂ ਨੂੰ ਸਮੇਂ ਸਿਰ ਹਸਪਤਾਲਾਂ ਵਿੱਚ ਪਹੁੰਚਾਇਆ ਹੋਊ, ਤੇ ਕਿੰਨੇ ਲੋਕਾਂ ਨੇ ਬੇਸ਼ੱਕ ਦਮ ਵੀ ਤੋੜ ਦਿੱਤਾ ਹੋਊ ਇਸੇ ਐਂਬੂਲੈਂਸ ਦੇ ਇਸੇ ਹੀ ਬੈੱਡ ਦੇ ਉੱਪਰ। ਪਰ ਐਂਬੂਲੈਂਸ ਚਾਲਕਾਂ ਦੀ ਇਸ ਸਮੇਂ ਮੰਗਾਂ ਨੇ ਵੱਖ-ਵੱਖ ਤਰ੍ਹਾਂ ਦੀਆਂ, ਕਿਉਂਕਿ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਨੇ। ਤਨਖਾਹਾਂ ਦੀ ਵੀ ਗੱਲ ਹੈ, ਹੋਰ ਵੀ ਕਈ ਮੁੱਦੇ ਨੇ। ਸਾਰੀਆਂ ਗੱਲਾਂ ਤੇ ਚਰਚਾ ਕਰਾਂਗੇ। ਸਾਡੇ ਨਾਲ ਬਾਈ ਅਮਨਦੀਪ ਸਿੰਘ ਹੁਣੇ ਨੇ, ਬਠਿੰਡੇ ਤੋਂ ਵਾਈਸ ਪ੍ਰਧਾਨ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਬਾਈ ਬੈਠੇ ਹੋਏ ਹੋ ਧਰਨੇ ਤੇ ਲਾਡੋਵਾਲੀ, ਇਸ ਸਮੇਂ ਅਸੀਂ ਮੌਜੂਦ ਹਾਂ। ਦਰਸ਼ਕਾਂ ਨੂੰ ਦੱਸ ਦਈਏ ਕਿ ਲਾਡੋਵਾਲੀ ਟੋਲ ਪਲਾਜ਼ੇ ਦੇ ਇੱਕ ਬੰਨੇ ਬਾਈ ਹੁਣੀ ਧਰਨਾ ਲਗਾਇਆ ਹੋਇਆ ਹੈ। ਪੰਜਾਬ ਦੇ ਵਿੱਚ 325 ਨੇ ਜੀ, ਕਰੀਬ 325 ਐਂਬੂਲੈਂਸਾਂ ਨੇ, ਜਿਨ੍ਹਾਂ ਦੇ ਵਿੱਚੋਂ 300 ਇਹਨਾਂ ਦਾ ਕਹਿਣਾ ਇੱਥੇ ਮੌਜੂਦ ਨੇ। ਭਾਵ ਕਿ ਜੇ ਤੁਸੀਂ 108 ਤੇ ਫੋਨ ਕਰ ਰਹੇ ਹੋ ਇਸ ਸਮੇਂ ਸਾਰੀਆਂ ਐਂਬੂਲੈਂਸਾਂ ਇੱਥੇ ਅਵੇਲੇਬਲ ਨੇ। ਹੋ ਸਕਦਾ ਤੁਹਾਡੇ ਤੱਕ ਉਹਨਾਂ ਦੀ ਪਹੁੰਚ ਨਾ ਹੋਵੇ। ਸੋ ਬਾਈ ਨਾਲ ਗੱਲਬਾਤ ਸ਼ੁਰੂ ਕਰਦੇ ਹਾਂ। ਬਾਈ ਸਭ ਤੋਂ ਪਹਿਲਾਂ ਤਾਂ ਮੰਗਾਂ ਤੇ ਚਾਨਣਾ ਪਾ ਦਿਓ, ਮੰਗਾਂ ਹੈਗੀਆਂ ਕਿਹੜੀਆਂ-ਕਿਹੜੀਆਂ ਨੇ? ਬਿਲਕੁਲ ਜੀ, ਸਾਡੀਆਂ ਜਿਹੜੀਆਂ ਮੰਗਾਂ ਗੀਆਂ ਬਿਲਕੁਲ ਜਾਇਜ਼ ਮੰਗਾਂ ਨੇ। ਸਾਡੀ ਡਿਊਟੀ ਹੈ ਜਿਹੜੀ ਉਹ 12 ਘੰਟੇ ਦੀ ਬਜਾਏ 8 ਘੰਟੇ ਕੀਤੀ ਜਾਵੇ, ਜਿਸ ਤਰ੍ਹਾਂ ਹਰਿਆਣੇ ਦੇ ਵਿੱਚ ਚੱਲ ਰਹੀ ਹੈ। ਸਾਡੀ ਤਨਖਾਹ ਹਰਿਆਣਾ ਦੀ ਤਰਜ਼ ਤੇ 38 ਤੋਂ 40 ਹਜ਼ਾਰ ਰੁਪਈਆ ਜੋ ਚੱਲਦੀ ਹੈ ਉੱਥੇ ਉਹ ਦਿੱਤੀ ਜਾਵੇ। ਸਾਡਾ ਜਿਹੜਾ ਐਕਸੀਡੈਂਟ ਡਿਊਟੀ ਦੌਰਾਨ ਹੋ ਜਾਂਦਾ ਜਾਂ ਸਾਡਾ ਕੋਈ ਸਿਹਤ ਬੀਮਾ ਉਹ 50 ਲੱਖ ਰੁਪਈਆ ਕੀਤਾ ਜਾਵੇ, ਕਿਉਂਕਿ ਸਾਡੇ ਕਈ ਮੁਲਾਜ਼ਮਾਂ ਦੀ ਮੌਤ ਹੋ ਚੁੱਕੀ ਹੈ ਜਿਹਦੇ ਵਿੱਚ ਇਹ ਕੰਪਨੀ ਭੋਗ ਤੱਕ ਨਹੀਂ ਉਹਨਾਂ ਦੇ ਜਾਂਦੀ। ਤੇ ਸਾਨੂੰ ਇਹਨਾਂ ਨੇ ਬੀਮਾ ਤਾਂ ਕੀ ਦੇਣਾ, ਉਹਨਾਂ ਦੇ ਪਰਿਵਾਰ ਪਿੱਛੇ ਉਹ ਰੁਲ ਰਹੇ ਆ ਤੇ ਇਹ ਕੰਪਨੀ ਨੇ ਕਦੇ ਬਾਤ ਨਹੀਂ ਪੁੱਛੀ। ਫਿਰ ਤਾਂ ਸਾਡਾ ਜਿਹੜੇ ਕੱਢੇ ਗਏ ਮੁਲਾਜ਼ਮ ਹੈ ਉਹ ਮੁਲਾਜ਼ਮ ਕਿਉਂ ਕੱਢੇ ਗਏ ਇਹ ਵੀ ਤੁਹਾਨੂੰ ਦੱਸ ਦਿੰਦਾ। ਜਿਨ੍ਹਾਂ ਨੇ ਆਵਾਜ਼ ਉਠਾਈ ਹੈ, ਜਿਸ ਤਰ੍ਹਾਂ ਹੁਣ ਮੈਂ ਗੱਲ ਕਰ ਰਿਹਾ ਤੁਹਾਡੇ ਨਾਲ ਚੈਨਲ ਤੇ ਵੀ ਇਸ ਤਰ੍ਹਾਂ ਗੱਡੀ ਦੀਆਂ ਹਾਲਾਤ ਬਾਰੇ ਜਾਣੂ ਕਰਵਾਇਆ, ਤਾਂ ਉਹ ਮੁਲਾਜ਼ਮ ਕਿਸੇ ਨਾ ਕਿਸੇ ਤਰੀਕੇ ਕਾਰਨ ਕੱਢ ਦਿੱਤੇ ਗਏ ਆ। ਇਹੀ ਸਾਡੀਆਂ ਜਾਇਜ਼ ਮੰਗਾਂ। ਸਾਨੂੰ ਕੰਪਨੀ ਤੋਂ ਛੁਟਕਾਰਾ ਦਿਵਾ ਕੇ, ਜਿਸ ਤਰ੍ਹਾਂ ਮੌਜੂਦਾ ਸਰਕਾਰ ਦੀ ਪਾਲਿਸੀ ਸੀ ਆਊਟਸੋਰਸਿੰਗ ਕੰਮ ਹੈ ਜਾਂ ਠੇਕੇ ਜਾਂ ਡੇਲੀ ਜਿੱਦਾਂ ਵੀ ਡੇਲੀ ਬੇਸ ਤੇ ਰੱਖੇ ਗਏ ਆ, ਉਹਨਾਂ ਨੂੰ ਅਸੀਂ ਕਿਸੇ ਨਾ ਕਿਸੇ ਤਰੀਕੇ ਪੱਕੇ ਕਰਾਂਗੇ। ਉਸੇ ਤਹਿਤ ਹੀ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਸਾਡਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ। ਜੀ, ਜਦੋਂ ਕਰੋਨਾ ਦਾ ਦੌਰ ਸੀ ਉਦੋਂ ਤੁਹਾਨੂੰ ਵੀ ਕਰੋਨਾ ਯੋਧੇ ਆਖਿਆ ਜਾ ਰਿਹਾ ਸੀ। ਕਰੋਨਾ 'ਚ ਤੁਸੀਂ ਵੀ ਦੌੜੇ ਭੱਜੇ ਫਿਰਦੇ ਸੀ, ਕਦੀ ਕਿਸੇ ਨੂੰ ਲੈ ਗਏ, ਕਦੀ ਕਿਸੇ ਨੂੰ ਛੱਡਤਾ।
ਉਸ ਸਮੇਂ ਤਾਂ ਬੜੀਆਂ ਆਸਾਂ ਹੋਣਗੀਆਂ ਕਿ ਜਦੋਂ ਕਰੋਨਾ ਦਾ ਦੌਰ ਖਤਮ ਹੋ ਜਾਊਗਾ ਤੇ ਸਰਕਾਰ ਜਿੱਦਾਂ ਅਸੀਂ ਸਰਕਾਰ ਦੀ ਸਹਾਇਤਾ ਕੀਤੀ ਉੱਦਾਂ ਸਰਕਾਰ ਵੀ ਸਾਡੀ ਸਹਾਇਤਾ ਕਰੂਗੀ। ਕਰੋਨਾ ਗਿਆ ਪਰ ਉਸ ਤੋਂ ਬਾਅਦ ਕੋਈ ਸਰਕਾਰ ਨੇ ਬਾਂਹ ਫੜੀ? ਬਿਲਕੁਲ ਜੀ, ਸਰਕਾਰ ਨੇ ਕਿ ਜਿਹੜੀ ਅਸੀਂ ਕੰਪਨੀ ਦੇ ਅੰਡਰ ਕੰਮ ਕਰਦੇ ਆ ਉਹਨਾਂ ਨੇ ਨਹੀਂ ਸਾਨੂੰ ਕਦੇ 500 ਰੁਪਇਆ ਵੱਧ ਦਿੱਤਾ ਹੋਵੇ, ਕਿਉਂਕਿ ਜਿਹੜੇ ਕੰਪਨੀ ਦੇ ਅੱਜ ਸੇਵਾ ਦੇ ਨਾਂ ਤੇ ਢੋਂਗ ਰਚ ਰਹੀ ਹੈ ਕੰਪਨੀ ਵੀ ਅਸੀਂ ਸੇਵਾ ਕਰ ਰਹੇ ਹਾਂ, ਇਹ ਸੇਵਾ ਨਹੀਂ, ਬਹੁਤ ਕਰੋੜਾਂ ਦਾ ਬਿਜ਼ਨਸ ਹੈ। ਕਿਉਂਕਿ ਇਸ ਕਰੋਨਾ ਦੇ ਦੌਰਾਨ ਸਾਨੂੰ ਸਿਰਫ ਤੇ ਸਿਰਫ ਕਰੋਨਾ ਯੋਧੇ ਜਿਹੜਾ ਅਵਾਰਡ ਮਿਲਿਆ ਉਹ ਵੀ ਸਰਕਾਰਾਂ ਵੱਲੋਂ ਕਿਹਾ ਗਿਆ ਕਰੋਨਾ ਯੋਧੇ ਆ ਜਾਂ ਕੰਪਨੀ ਵੱਲੋਂ, ਇਸ ਤੋਂ ਉੱਤੇ ਸਾਨੂੰ ਕੁਝ ਵੀ ਨਹੀਂ ਮਿਲਿਆ। ਤੁਸੀਂ ਜਾਣਦੇ ਹੋ ਬਾਈ ਜੀ, ਕਰੋਨਾ ਦੇ ਟਾਈਮ ਆਪਣਾ ਕੋਈ ਤਕੜੇ ਤੋਂ ਤਕੜਾ ਰਿਸ਼ਤੇਦਾਰ ਕਿੰਨੇ ਪੈਸਿਆਂ ਵਾਲਾ ਹੋਵੇ ਉਹਨੂੰ ਲੈ ਕੇ ਗਈ ਆ ਤਾਂ ਸਿਰਫ ਤੇ ਸਿਰਫ ਪਹਿਲਾਂ ਘਰੋਂ 108 ਐਂਬੂਲੈਂਸ, ਡਾਕਟਰ ਵੀ ਬਾਅਦ ਦੇ ਵਿੱਚ ਹੱਥ ਪਾਉਂਦੇ ਆ। ਸਭ ਤੋਂ ਪਹਿਲਾਂ ਜਾਂਦੇ ਸੀ ਤਾਂ ਅਸੀਂ ਜਾਂਦੇ ਸੀ ਮਰੀਜ਼ ਕੋਲੇ, ਚੰਗੇ ਚੰਗੇ ਬੰਦੇ ਜਿਹੜੇ ਰਾਮਪਰੇ ਮੇਰੀ ਡਿਊਟੀ ਹੁੰਦੀ ਸੀ, ਚੰਗੇ ਤਕੜੇ ਲੈਂਡਲੌਰਡ ਬੰਦੇ ਜਿਨ੍ਹਾਂ ਕੋਲੇ ਮਰਸਡੀ ਵਗੈਰਾ ਗੱਡੀਆਂ ਸੀ, ਉਹ ਵੀ 108 ਦੀ ਸਹਾਇਤਾ ਨਾਲ ਅੱਗੇ ਬੈਠ ਕੇ ਮਰੀਜ਼ਾਂ ਦੇ ਨਾਲ ਨਹੀਂ ਗਏ, ਸਿਰਫ ਤੇ ਸਿਰਫ ਅਸੀਂ ਚੱਕਿਆ। ਤੇ ਸਾਨੂੰ ਉਸ ਦੌਰਾਨ ਆਸ ਜ਼ਰੂਰ ਸੀ, ਅਸੀਂ ਉਸ ਦੌਰਾਨ ਵੀ ਸਟ੍ਰਾਈਕ ਜਾਂ ਜੇ ਅਸੀਂ ਚਾਹੁੰਦੇ ਜਿੱਦਾਂ ਹੁਣ ਕਹਿ ਰਹੇ ਆ ਵੀ ਸਾਨੂੰ ਕੋਈ ਧਮਕੀ ਦਿੰਦਾ ਬੰਦ ਕਰਨ ਦੀ, ਤਾਂ ਅਸੀਂ ਉਸ ਦੌਰਾਨ ਵੀ ਕਰ ਸਕਦੇ ਸੀ। ਪਰ ਸਾਡੀ ਬਿਲਕੁਲ ਹਮਦਰਦੀ ਸੀ ਲੋਕਾਂ ਨਾਲ ਵੀ ਜੇ ਅਸੀਂ ਇਸ ਟਾਈਮ ਐਂਬੂਲੈਂਸ ਸੇਵਾ ਠੱਪ ਕਰਦੇ ਹਾਂ ਤਾਂ ਜਿਹੜੀ ਸਾਡੇ ਵਜ੍ਹਾ ਜਾਨ ਜਾਊਗੀ ਉਹ ਅਸੀਂ ਕਦੇ ਵੀ ਜ਼ਿੰਦਗੀ 'ਚ ਉਹਦੀ ਭਰਪਾਈ ਨਹੀਂ ਕਰ ਪਾਵਾਂਗੇ। ਇਸ ਲਈ ਅਸੀਂ ਬਾਰ-ਬਾਰ ਨਵੀਂ ਸਰਕਾਰ ਨੂੰ ਬਣਨ ਤੇ ਇਹਨਾਂ ਨੂੰ ਮੰਗ ਪੱਤਰ ਦਿੰਦੇ ਰਹੇ। ਜਿਸ ਤਰ੍ਹਾਂ ਸਿਹਤ ਮੰਤਰੀ ਹੁਣ ਕਹਿ ਰਹੇ ਆ, ਮੈਨੂੰ ਤਾਂ ਪਤਾ ਹੀ ਨਹੀਂ, ਹੁਣ ਤੁਸੀਂ ਸਰ 3 ਸਿਹਤ ਮੰਤਰੀ ਬਦਲ ਗਏ, ਕੀ ਅਸੀਂ ਹਰ ਰੋਜ਼ ਕਿਹਨੂੰ ਟਾਈਮ ਦੇਈ ਜਾਵਾਂਗੇ? ਅਸੀਂ ਮੰਗ ਪੱਤਰਾਂ ਦੀ ਫੋਟੋ ਇੱਥੇ ਲਾਉਣ ਲੱਗੇ ਆ, ਇਹਨਾਂ ਦੇ ਐਮਐਲਏਜ਼ ਨੂੰ, ਮੰਤਰੀਆਂ ਨੂੰ, ਭਗਵੰਤ ਮਾਨ ਸਾਹਿਬ ਕੋਲੇ ਵੀ ਗਏ ਸੀ, ਉਹਨਾਂ ਨੇ ਭਰੋਸਾ ਦਿਵਾਇਆ ਸੀ ਵੀ ਅਸੀਂ ਤੁਹਾਡੀਆਂ ਮੰਗਾਂ ਜਲਦੀ ਹੱਲ ਕਰਾਂਗੇ। ਪਰ ਜੋ ਸਿਹਤ ਮੰਤਰੀ ਦਾ ਰਵੱਈਆ ਜੋ ਕੱਲ ਤੁਸੀਂ ਦੇਖਿਆ ਵੀ ਜਲਦੀ ਪਰਤ ਜਾਓ ਨਹੀਂ ਤੁਹਾਨੂੰ ਨੌਕਰੀ ਤੋਂ, ਸਰ ਨੌਕਰੀ ਜਦੋਂ ਤੁਸੀਂ ਕਹੀ ਚੱਕਿਓ ਇਹ ਮੁਲਾਜ਼ਮ ਕੰਪਨੀ ਦੇ ਆ, ਫਿਰ ਤੁਸੀਂ ਨੌਕਰੀ ਤੋਂ ਵੀ ਨਹੀਂ ਤੁਸੀਂ ਕੱਢ ਸਕਦੇ। ਇਸ ਤਰ੍ਹਾਂ ਬਿਆਨ ਦੇਣਾ ਸਾਡੇ ਮੁਲਾਜ਼ਮਾਂ 'ਚ ਭਾਰੀ ਰੋਸ ਹੈ ਵੀ ਇਹ ਤਾਂ ਪਹਿਲਾਂ ਵਾਲੀਆਂ ਸਰਕਾਰਾਂ ਨੇ ਵੀ ਨਹੀਂ ਇਸ ਤਰ੍ਹਾਂ ਬਿਆਨ ਦਿੱਤਾ ਜਿਹੜੀ ਇਹ। ਚਲੋ ਹਾਲੇ ਤਾਂ ਧਮਕੀ ਹੈ, ਜੇ ਸਿੱਧਾ ਹੀ ਹੁਕਮ ਹੀ ਕਰ ਦਿੱਤਾ ਜਾਂਦਾ ਵੀ ਜਿਹੜਾ ਇੰਨੇ ਟਾਈਮ ਤੇ ਆਜੂ, ਜਿੱਦਾਂ ਬੀਤੇ ਦਿਨ ਹੀ ਹੋਇਆ ਜੀ, ਜੇ ਕਹਿਣਗੇ ਇੰਨੇ ਟਾਈਮ 'ਚ ਦਫ਼ਤਰ ਆ ਜਾਓ ਜਾਂ ਕੰਮ ਤੇ ਆ ਜਾਓ ਨਹੀਂ ਤਾਂ ਕੱਢ ਦਿੱਤੇ ਜਾਓਗੇ ਤਾਂ ਕੀ ਕਰੋਗੇ? ਜਿਹੜਾ ਪਹਿਲਾਂ ਬੀਤੇ ਦਿਨ ਹੀ ਹੋਇਆ ਸਰ, ਉਹ ਤੁਸੀਂ ਸਮਝੋ ਉਹ ਅਧਿਕਾਰੀ ਇੱਕ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਅੰਦਰ ਗਿਆ ਸੀ, ਉਹਦੀ ਹਮਾਇਤ ਤੇ ਜਿਹੜੇ ਉਹ IPS ਜਾਂ PCS ਅਫਸਰ ਆਏ ਸੀਗੇ, ਜੋ ਵੀ ਆਏ ਸੀ ਉਹਦੀ ਹਮਾਇਤ 'ਚ ਆਏ ਸੀ ਵੀ ਇੱਕ ਭ੍ਰਿਸ਼ਟਾਚਾਰੀ ਨੂੰ ਛੱਡੋ, ਅਸੀਂ ਉਹ ਗਲਤ ਮੰਨਦੇ ਆ। ਪਰ ਸਾਡੇ 'ਚ ਤਾਂ ਕੋਈ ਭ੍ਰਿਸ਼ਟਾਚਾਰੀ ਨਹੀਂ, ਸਾਨੂੰ ਇਹੋ ਜਿਹੀ ਧਮਕੀ ਤੇ ਉਹਨਾਂ ਦੀ ਧਮਕੀ 'ਚ ਫਿਰ ਫਰਕ ਕੀ ਰਹਿ ਗਿਆ? ਉਹਨਾਂ ਨੂੰ ਵੀ ਤੁਸੀਂ ਕਿਹਾ ਵੀ ਜਲਦੀ ਆ ਜਾਓ, ਨੌਕਰੀ ਤੋਂ ਕੱਢ ਦਿੱਤੇ ਜਾਓਗੇ, ਉਹਨਾਂ ਦੀ ਤਨਖਾਹ 2 ਲੱਖ, ਉਹ ਤਾਂ ਜਲਦੀ ਆ ਗਏ, ਸਾਨੂੰ 9-10 ਹਜ਼ਾਰ ਰੁਪਈਆ ਅਸੀਂ ਕਿਤੋਂ ਵੀ ਲੈ ਲਾਂਗੇ। 9000 ਰੁਪਈਆ ਤਾਂ ਅੱਜ ਕੱਲ੍ਹ ਦਾ 600 ਰੁਪਈਆ ਦਿਹਾੜੀ ਇੱਕ ਦਿਨ ਦੀ ਆ ਬਾਈ ਜੀ, ਜੇ ਆਪਾਂ ਕੋਈ ਛੋਟਾ ਮੋਟਾ ਕੰਮ ਵੀ ਕਰਦੇ ਹਾਂ 18-20 ਹਜ਼ਾਰ ਤਾਂ ਵੈਸੇ ਹੀ ਬਣਦਾ। ਸਾਨੂੰ ਇਸ ਧਮਕੀਆਂ ਦਾ ਕੋਈ ਡਰ ਨਹੀਂ, ਸਾਡੇ ਕੋਲੇ ਅਸੀਂ ਪ੍ਰਸ਼ਾਸਨ ਨਾਲ ਬਿਲਕੁਲ ਗੱਲਬਾਤ ਚੱਲ ਰਹੀ ਹੈ। ਸਾਡੀ ਇੱਕੋ ਇੱਕ ਅਪੀਲ ਹੈ CM ਮਾਨ ਸਾਹਿਬ, ਉਹ ਦਖਲਅੰਦਾਜ਼ੀ ਦੇਣ ਤੇ ਉਹ ਕਰ ਵੀ ਰਹੇ ਆ ਗੰਭੀਰਤਾ ਨਾਲ। ਤੁਸੀਂ ਮਾਨ ਸਾਹਿਬ ਦਾ ਬਿਆਨ ਸੁਣਿਆ ਹੋਊਗਾ, ਉਹਨਾਂ ਨੇ ਕਿਹਾ ਗੱਲਬਾਤ ਚੱਲ ਰਹੀ ਹੈ। ਇੱਕ ਸਟੇਟ ਦਾ ਮੁਖੀ ਇੰਨੇ ਪਿਆਰ ਨਾਲ ਨਰਵਈ ਨਾਲ ਬਿਆਨ ਦੇ ਰਿਹਾ ਤੇ ਇੱਕ ਸਿਹਤ ਮੰਤਰੀ ਐਡੇ ਅੜਬ ਰੁੱਖ 'ਚ ਅਖਤਿਆਰ ਕਰ ਰਿਹਾ, ਤੇ ਇਹ ਮੈਨੂੰ ਲੱਗਦਾ ਕਿਤੇ ਨਾ ਕਿਤੇ ਬਹੁਤ ਇਹ ਸ਼ਬਦਾਂ ਦੀ ਅਸੀਂ ਨਿਖੇਧੀ ਕਰਦੇ ਹਾਂ, ਕਿਉਂਕਿ ਜਾਂ ਤਾਂ ਉਹਨਾਂ ਨੂੰ ਮਾਨ ਸਾਹਿਬ ਤੋਂ ਪੁੱਛ ਲੈਣਾ ਸੀ ਵੀ ਇਹ ਗੱਲ। ਕੀ ਲੱਗਦਾ ਤਾਲਮੇਲ ਹੈ ਨਹੀਂ ਆਪਸ 'ਚ? ਬਿਲਕੁਲ ਜੀ, ਤਾਲਮੇਲ ਅਧਿਕਾਰੀ ਨਹੀਂ ਬਣਦੇ ਰਹੇ। ਜੋ ਹੈਲਥ ਡਿਪਾਰਟਮੈਂਟ ਦੇ ਅਧਿਕਾਰੀ ਆ ਉਹ ਸਰ ਉਹੀ ਪੁਰਾਣੇ ਦੇ ਪੁਰਾਣੇ ਆ, ਉਹ ਪਹਿਲਾਂ ਵਾਲੀਆਂ ਸਰਕਾਰਾਂ 'ਚ ਵੀ ਕੰਪਨੀ ਨਾਲ ਗੱਲਬਾਤ ਕਰਦੇ ਸੀ, ਹੁਣ ਵੀ ਉਹ CM ਮਾਨ ਸਾਹਿਬ ਤੱਕ ਗੱਲ ਨਹੀਂ ਸਹੀ ਪਹੁੰਚਾ ਰਹੇ। ਉਹ ਕਿਤੇ ਕਹਿੰਦੇ ਆ ਗੱਡੀਆਂ ਪੰਜਾਬ ਸਰਕਾਰ ਦੀਆਂ ਨਹੀਂ, ਇਹ ਕੰਪਨੀ ਦੀਆਂ, ਕਿਤੇ ਕਹਿੰਦੇ ਆ ਜੀ ਇਹ ਸੇਵਾ ਕਰਨ ਵਾਲੀ ਕੰਪਨੀ ਆ, ਲੋਕਾਂ ਨੂੰ ਬੜੀ ਪਰੇਸ਼ਾਨੀ ਹੋ ਰਹੀ ਹੈ। ਜੇ ਪਰੇਸ਼ਾਨੀ ਵਾਕਈ ਹੋ ਰਹੀ ਆ ਤਾਂ ਇਹ 'ਚ ਸਾਜੋ ਸਮਾਨ ਤੁਹਾਨੂੰ ਮੈਂ ਹਾਲਾਤ ਦਿਖਾ ਦਿੰਦਾ ਐਂਬੂਲੈਂਸਾਂ ਦੇ। ਫਿਰ ਉਹ ਸੇਵਾ ਕਰਨ ਵਾਲੀ ਕੰਪਨੀ ਢੋਂਗ ਕਿਉਂ ਰਚਦੀ ਆ? ਐਂਬੂਲੈਂਸਾਂ ਦੇ ਵਿੱਚ ਦਵਾਈਆਂ, ਡਿਲੀਵਰੀ ਕਿੱਟਾਂ ਜਿਹੜੀਆਂ ਪਹਿਲ ਦੇ ਆਧਾਰ ਤੇ ਸਾਨੂੰ ਚਾਹੀਦੀਆਂ, ਗਲਵਜ਼ ਚਾਹੀਦੇ ਆ, ਆਪਾਂ ਕਦੇ ਵਾਸਤੇ ਦੇਖਦੇ ਹਾਂ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਇਲਾਜ ਆ ਜਿਹੜਾ ਉਹ ਵਧੀਆ ਹੁੰਦਾ, ਸਰਕਾਰੀ 'ਚ ਮਾੜਾ। ਪਰ ਸਰਕਾਰੀ ਹਸਪਤਾਲਾਂ ਦੇ ਵਿੱਚ ਜਿਹੜੇ ਗਲਵਜ਼ ਆ ਉਹ 1 ਨੰਬਰ ਆ ਰਹੇ ਆ, ਪਰ ਜਿਹੜੇ ਸਾਨੂੰ ਦਿੱਤੇ ਜਾ ਰਹੇ ਆ ਉਹ ਬਿਲਕੁਲ ਸਾਨੂੰ ਜਦੋਂ ਅਸੀਂ ਗਲਵਜ਼ ਉਹ ਪਾਉਣੇ ਆ ਪਾੜ ਜਾਂਦੇ ਆ। ਤੇ ਇਹ ਕੰਪਨੀ ਕਿੱਦੋਂ ਸੇਵਾ ਆ ਗਈ? ਇਹ ਬਿਜ਼ਨਸ ਆ ਇਹਨਾਂ ਕੰਪਨੀ ਦਾ, ਤੇ ਬਿਜ਼ਨਸ ਦੇ ਤੌਰ ਤੇ ਕਰੋੜਾਂ ਰੁਪਏ ਆਪਣੇ ਪੰਜਾਬ 'ਚੋਂ ਬਾਹਰ ਲੈ ਕੇ ਜਾ ਰਹੀ ਹੈ ਜੀ। ਕਿਹੜੀ ਕੰਪਨੀ ਦੇ ਅਧੀਨ ਆਉਂਦਾ ਹੈ ਸਾਰਾ ਸਿਸਟਮ? ਇਹ ਜੀ ZHL ਕੰਪਨੀ ਆ, ਜਕਿਸਾ ਹੈਲਥ ਕੇਅਰ। ਇਹ ਰਾਜਸਥਾਨ ਦੇ ਵਿੱਚ ਸ਼ਾਇਦ ਇਹ ਬਲੈਕ ਲਿਸਟ ਵੀ ਆ। ਇਹਨੂੰ ਕਾਫੀ ਵਾਰੀ ਆਪਣੇ ਪਿੱਛੇ ਜੀ ਪਲਾਂਟੀ ਪੈ ਕੇ ਹਟੀ ਆ 12.5 ਲੱਖ ਦੀ। ਦਿਨੇਸ਼ ਚੱਡਾ ਜੀਆਂ ਨੇ ਇਹਨਾਂ ਦੀ ਖਬਰ ਲਵਾਈ ਸੀ, ਸਾਡੇ ਕੋਲੇ ਅਖਬਾਰ ਦੀ ਕਟਿੰਗ ਹੈ। ਉਹ 12.5 ਲੱਖ ਕਿਸੇ ਕੰਪਨੀ ਨੂੰ ਪੈਣਾ, ਤੁਸੀਂ ਸਮਝਦੇ ਹੋ ਵਜ੍ਹਾ ਕੀ ਹੈ? ਵਜ੍ਹਾ ਇਹੀ ਹੈ ਕਿ ਉਹ ਕਰਪਟ ਕੰਪਨੀ ਆ। ਉਹ ਬਾਰ-ਬਾਰ ਸਰਕਾਰ ਤੋਂ ਇਹ ਡਰ ਹੀ ਨਹੀਂ ਰਹੀ, ਉਹ ਬਾਰ-ਬਾਰ ਕੁਤਾਹੀਆਂ ਕਰ ਰਹੀ ਹੈ ਐਂਬੂਲੈਂਸਾਂ ਨਾਲ ਜਾਂ ਮਰੀਜ਼ਾਂ ਦੀ ਜਾਨ ਨਾਲ ਉਹ ਖੇਡ ਰਹੀ ਹੈ। ਜੇ ਉਹਨਾਂ ਨੂੰ ਡਰ ਹੁੰਦਾ ਤਾਂ ਅੱਜ ਨੂੰ ਕਦੋਂ ਦੀਆਂ ਐਂਬੂਲੈਂਸਾਂ, ਜਿਹੜਾ ਉਹਨਾਂ ਦਾ ਤੁਹਾਨੂੰ ਮੈਂ ਦੱਸਣਾ ਚਾਹੁੰਦਾ, ਜਿਹੜੀ ਕੰਪਨੀ ਕਹਿ ਰਹੀ ਹੈ ਨਾ ਇਹ ਮਰੀਜ਼ਾਂ ਨੂੰ ਪਰੇਸ਼ਾਨ ਕਰ ਰਹੇ ਆ, ਉਹਨਾਂ ਨੇ 1 ਦਿਨ ਪਹਿਲਾਂ ਸਟ੍ਰਾਈਕ ਤੋਂ ਡੀਜ਼ਲ ਪਾਉਣਾ ਬੰਦ ਕਰਤਾ ਸੀ। ਤਾਂ ਕੀ ਉਸ ਦੌਰਾਨ ਮਰੀਜ਼ਾਂ ਦੀ ਡੈਥ ਜਾਂ ਉਹ ਮਰੀਜ਼ ਪਰੇਸ਼ਾਨ ਨਹੀਂ ਹੋਏ? ਕਾਲ ਲੈਣੀ ਬੰਦ ਕਰਤੀ ਸੀ। ਉਹਨਾਂ ਨੂੰ ਪਤਾ ਵੀ ਡੀਜ਼ਲ ਹੈ ਨਹੀਂ, ਜੇ ਅਸੀਂ ਡੀਜ਼ਲ ਪਵਾਵਾਂਗੇ ਅੱਜ ਇਹ 'ਚ 50 ਲੀਟਰ 70 ਲੀਟਰ ਪੈਂਦਾ ਤਾਂ ਇਹ ਕੱਲ੍ਹ ਨੂੰ ਇੱਕ ਕੇਸ ਲਾ ਕੇ ਕੱਲ੍ਹ ਨੂੰ ਇਹਨਾਂ ਨੇ ਸਟ੍ਰਾਈਕ ਕਰਨੀ ਹੈ, ਤੇ ਡੀਜ਼ਲ ਅਸੀਂ ਕੋਲੋਂ ਪਵਾ ਕੇ ਲਿਆਏ ਹਾਂ ਸਰ।
ਹੁਣ ਜਿੰਨੀਆਂ ਵੀ ਐਂਬੂਲੈਂਸਾਂ ਨੇ ਪੱਲਿਓਂ ਤੇਲ ਪਵਾ ਕੇ ਲਿਆਂਦੀਆਂ। ਬਿਲਕੁਲ ਬਿਲਕੁਲ ਜੀ, ਕਿਉਂਕਿ ਅੱਗੇ ਸਾਡੇ ਨਾਲ ਹੋਇਆ ਸੀ, ਉਹ ਉਦੋਂ ਵੀ ਸਟ੍ਰਾਈਕ ਕੀਤੀ ਸੀ। ਜਿਹੜਾ ਡੀਜ਼ਲ ਪਿਆ ਸੀ ਉਹ ਚਲੋ ਐਸਡੀਐਮ ਸਾਹਿਬ ਵਿੱਚ ਆਏ ਸੀ, ਉਹਨਾਂ ਨੇ ਕਿਹਾ ਵੀ ਇਹਦੀ ਭਰਪਾਈ ਤੁਸੀਂ ਕਰਨੀ ਹੈ। ਇਸ ਵਾਰ ਇਹਨਾਂ ਨੂੰ ਪਤਾ ਸੀਗਾ ਵੀ ਇਹ ਸਟ੍ਰਾਈਕ ਹੈ ਬਹੁਤ ਵੱਡੇ ਪੱਧਰ ਤੇ ਹੋਣ ਜਾ ਰਹੀ ਹੈ, ਤੇ ਇਹਦੇ ਵਿੱਚ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਪ੍ਰਸ਼ਾਸਨ ਦੀ ਇਹਨਾਂ ਨੇ ਬੜੀ ਮਦਦ ਮੰਗੀ, ਪਰ ਪ੍ਰਸ਼ਾਸਨ ਨੇ ਬਿਲਕੁਲ ਜਵਾਬ ਦਿੱਤਾ ਵੀ ਅਸੀਂ ਹੱਕੀ ਮੰਗਾ ਇਹਨਾਂ ਦੇ ਨਾਲ ਹੈ। 2-4 ਐਂਬੂਲੈਂਸਾਂ ਜ਼ਰੂਰ ਹੈ ਜਿਨ੍ਹਾਂ ਤੇ ਉਹਨਾਂ ਦੀ ਨਜ਼ਰ ਸੀਗੀ, ਉਹਨਾਂ ਨੇ ਥਾਣੇ ਜ਼ਰੂਰ ਲਗਵਾਈਆਂ। ਪਰ ਤੁਸੀਂ ਦੇਖੋ ਜਿਹੜੇ ਸਿਹਤ ਮੰਤਰੀ ਨੂੰ ਇਹ ਅੱਜ ਗੁੰਮਰਾਹ ਕਰ ਰਹੇ ਆ ਵੀ ਅਸੀਂ ਐਂਬੂਲੈਂਸਾਂ ਦੇ ਦਿਓ ਜੀ, ਸਾਡੇ ਕੋਲੇ ਤਾਂ ਮੁਲਾਜ਼ਮ 2000 ਦੇ ਕਰੀਬ ਅਸੀਂ ਚਲਾ ਲਾਂਗੇ। ਬਾਈ ਜੀ ਇਹਨਾਂ ਕੋਲੇ ਉਹ ਐਂਬੂਲੈਂਸਾਂ ਚਲਾਉਣ ਲਈ ਤੁਸੀਂ ਪਤਾ ਕਰਾ ਲਓ, ਥਾਣਿਆਂ ਦੇ ਵਿੱਚ ਖੜੀਆਂ, ਉਹਨਾਂ ਦੇ ਚਲਾਉਣ ਲਈ ਨਾ ਇਹਨਾਂ ਕੋਲੇ ਡਰਾਈਵਰ, ਨਾ ਇਹਨਾਂ ਕੋਲੇ EMT ਸਟਾਫ ਇਹਨਾਂ ਕੋਲੇ ਹੈ ਨਹੀਂ। ਕਿਉਂਕਿ ਤੁਸੀਂ ਦੇਖੋ ਜਿਹਦੀ ਡੀ ਫਾਰਮੇਸੀ ਜਾਂ GNM ਕੀਤੀ ਹੈ, ਜਿਹਦੇ ਕੋਲੇ ਹੈਵੀ ਲਾਇਸੈਂਸ ਹੈ, ਉਹ 10,000 ਜਾਂ 9500 ਦੇ ਕੰਮ ਕਰਨ ਲਈ ਆ ਜਾਊਗਾ। ਸੋ ਤੁਸੀਂ ਜਿਹੜੀਆਂ ਵੀ ਪੀੜਾਂ ਦੱਸੀਆਂ ਨੇ, ਉਸ ਤੋਂ ਬਾਅਦ ਇਹ ਕੰਮ ਦੀ ਗੱਲ ਤੁਸੀਂ ਦੱਸੀ ਹੈ ਕਿ ਇਸ ਦੇ ਵਿੱਚ ਸਾਜੋ ਸਮਾਨ ਪੂਰਾ ਨਹੀਂ ਹੈ। ਫਿਰ ਵੀ ਤੁਸੀਂ ਦਵੱਲੀ ਫਿਰਦੇ ਸੀ ਜਦੋਂ ਇਹ ਚੱਲਦਾ ਸੀ, ਜਦੋਂ ਤੁਸੀਂ ਧਰਨਾ ਹਾਲੇ ਨਹੀਂ ਲਾਇਆ ਸੀ, ਤਾਂ ਉਸ ਸਮੇਂ ਕਿੱਦਾਂ ਦੀਆਂ ਦਿੱਕਤਾਂ ਆਉਂਦੀਆਂ ਸੀ ਜਦੋਂ ਕਿਸੇ ਵੀ ਪੇਸ਼ੈਂਟ ਨੂੰ ਲੈ ਕੇ ਜਾ ਰਹੇ ਆ, ਵਿੱਚ ਸਾਜੋ ਸਮਾਨ ਪੂਰਾ ਨਹੀਂ, ਤੇ ਫਿਰ ਉਹਦਾ ਕਿਸੇ ਮਰੀਜ਼ ਦੀ ਸਿਹਤ ਤੇ ਕਿੰਨਾ ਕੁ ਅਸਰ ਪੈਂਦਾ ਹੈ? ਬਿਲਕੁਲ ਜੀ, ਜਿਹੜੀ ਤੁਹਾਨੂੰ ਡਿਲੀਵਰੀ ਕਿੱਟ ਦੀ ਮੈਂ ਗੱਲ ਕਰਕੇ ਹਟਿਆ, ਡਿਲੀਵਰੀ ਕਿੱਟ ਇੱਕ ਇਹੋ ਜਿਹੀ ਫਸਟ ਏਡ ਦੇ ਵਿੱਚ ਜ਼ਰੂਰਤ ਹੈ ਸਾਨੂੰ ਐਂਬੂਲੈਂਸ ਦੇ ਵਿੱਚ, ਕਿਉਂਕਿ ਹਜ਼ਾਰਾਂ ਡਿਲੀਵਰੀਆਂ ਅਸੀਂ ਐਂਬੂਲੈਂਸਾਂ ਦੇ ਵਿੱਚ ਕਰਾਈਆਂ। ਤੁਹਾਨੂੰ ਪਤਾ ਬੱਚਾ ਪੈਦਾ ਕਰਨ ਵਾਸਤੇ ਗਲਵਜ਼ ਸਭ ਤੋਂ ਪਹਿਲੇ ਜ਼ਰੂਰੀ ਹੈ, ਕਿਉਂਕਿ ਕਿਸੇ ਤਰ੍ਹਾਂ ਦੀ ਇਨਫੈਕਸ਼ਨ ਨਾ ਹੋ ਜੇ। ਵੱਡਾ ਜਿਹੜਾ ਆਦਮੀ ਹੈ ਉਹ ਹਰ ਤਰ੍ਹਾਂ ਦੀ ਜਿਹੜਾ ਇਮਿਊਨਿਟੀ ਸਿਸਟਮ ਹੈ ਉਹਦਾ ਉਹ ਚੱਲ ਸਕਦਾ, ਪਰ ਬੱਚੇ ਨੂੰ ਇਸ ਤਰ੍ਹਾਂ ਦੀ ਇਨਫੈਕਸ਼ਨ ਹੋ ਗਈ ਤਾਂ ਉਹ ਕਦੇ ਵੀ ਨਹੀਂ ਇਹ ਚੀਜ਼ ਚੱਲ ਸਕੂਗਾ। ਅਸੀਂ ਗਲਵਜ਼ ਵੀ ਬਾਈ ਜੀ ਹਸਪਤਾਲਾਂ ਦੇ ਵਿੱਚੋਂ ਲੈਂਦੇ ਰਹੇ ਹਾਂ, ਤੇ ਸਰਜੀਕਲ ਬਲੇਡ ਜਿਹੜਾ ਆਪਣਾ ਨਾੜੂਆ ਹੁੰਦਾ, ਪੰਜਾਬੀ 'ਚ ਦੱਸਦੇ ਆ, ਉਹ ਕੱਟਣਾ ਹੁੰਦਾ, ਉਹਦੇ ਲਈ ਵੀ ਇੱਕ ਸਰਜੀਕਲ ਬਲੇਡ ਚਾਹੀਦਾ ਹੁੰਦਾ ਜੋ ਪ੍ਰੋਪਰ ਉਹਦੇ ਵਿੱਚ ਕਵਰ ਦੇ ਵਿੱਚ ਹੁੰਦਾ। ਉਹ ਵੀ ਅਸੀਂ ਬਾਹਰੋਂ ਚੀਜ਼ ਜਾਂ ਕੈਂਚੀ ਨਾਲ ਜਾਂ ਇਸ ਤਰ੍ਹਾਂ ਨਹੀਂ ਕੱਟ ਸਕਦੇ, ਉਹ ਵੀ ਅਸੀਂ ਪੱਲਿਓਂ ਆਪਦੇ 5-10 ਰੁਪਈਆਂ ਦਾ ਹੁੰਦਾ ਉੱਤੇ ਉਹ ਲੈਂਦੇ ਆ। ਜਿਹੜੀਆਂ ਬਾਕੀ ਸ਼ੀਟਾਂ ਹੁੰਦੀਆਂ ਨੀਚੇ ਡਿਲੀਵਰੀ ਦੌਰਾਨ ਜੋ ਵੀ ਬਲੱਡ ਵਗੈਰਾ ਆਉਂਦਾ ਜਾਂ ਜੋ ਵੀ ਚੀਜ਼ਾਂ ਹੁੰਦੀਆਂ, ਉਹ ਅਸੀਂ ਪੱਲਿਓਂ ਆਪਣੇ ਸਫਾਈ ਕਰਾਉਣੇ ਆ, ਪੱਲਿਓਂ ਵਾਸ਼ਿੰਗ ਕਰਾਉਣੇ ਆ, ਤੇ ਕਈ ਵਾਰੀ ਸਾਨੂੰ ਆਕਸੀਜਨ ਵੀ ਪੱਲਿਓਂ ਭਰਵਾਉਣੀ ਪੈਂਦੀ ਹੈ, ਜਿਸ ਦੇ ਵਿੱਚ CL ਜਾਂ ਇੰਚਾਰਜ ਆ ਜਿਹੜੇ ਇਹ ਕਹਿ ਦਿੰਦੇ ਆ ਵੀ ਅਸੀਂ ਤੁਹਾਨੂੰ ਬਾਅਦ 'ਚ ਭੇਜ ਦਿਆਂਗੇ ਆਕਸੀਜਨ ਵੀ। ਜਿੰਨਾ ਕੁ ਸਾਡੀ ਤਨਖਾਹ ਅਸੀਂ ਉਹਦੇ ਵਿੱਚੋਂ ਸਾਨੂੰ ਬਚਦਾ ਤਾਂ 3-4 ਹਜ਼ਾਰ ਹੈ, ਉਹਦੇ ਵਿੱਚੋਂ ਵੀ ਅਸੀਂ 1000-1500 ਰੁਪਏ ਬਾਈ ਜੀ ਇਸ ਸੇਵਾ ਦੇ ਲਈ ਖਰਚ ਕਰਦੇ ਹਾਂ। ਚਲੋ ਤੁਸੀਂ ਹੁਣ ਐਂਬੂਲੈਂਸਾਂ ਇੱਥੇ 300 ਦੇ ਕਰੀਬ ਲੈ ਕੇ ਖੜੇ ਹੋ, ਜੇ ਕੰਪਨੀ ਜਿਹਦੀ ਵੀ ਤੁਸੀਂ ਗੱਲ ਕਰਦੇ ਹੋ, ਜੇ ਕੰਪਨੀ ਕਹਿੰਦੀ ਹੈ ਵੀ ਸਾਡੀਆਂ ਐਂਬੂਲੈਂਸਾਂ ਮੋੜੋ, ਕਰੀ ਜਾਓ ਧਰਨੇ, ਅਸੀਂ ਬੰਦੇ ਹੋਰ ਰੱਖ ਲਾਂਗੇ। ਨਹੀਂ, ਬਿਲਕੁਲ ਇਸ ਤਰ੍ਹਾਂ ਦਾ ਰਵੱਈਆ ਨਾ ਤਾਂ ਸਾਡੇ ਮੁਲਾਜ਼ਮ ਹੋਣ ਦੇਣਗੇ, ਕਿਉਂਕਿ ਸਾਡੇ ਮੁਲਾਜ਼ਮ ਤੁਸੀਂ ਦੇਖ ਹੀ ਲਏ ਜਿਨ੍ਹਾਂ ਦੀ ਉਮਰ ਕਿਸੇ ਦੀ 40 ਸਾਲ, ਕਿਸੇ ਦੀ 42 ਸਾਲ, ਤੇ ਉਹ ਇਸ ਤਰ੍ਹਾਂ ਆਪਣੇ ਬੱਚਿਆਂ ਦਾ ਭਵਿੱਖ ਖਤਰੇ 'ਚ ਪਾ ਕੇ ਤੇ ਕੰਪਨੀ ਨੂੰ ਇਸ ਤਰ੍ਹਾਂ ਗੱਡੀਆਂ ਦੇ ਦੇਣਗੇ। ਇਹ ਤਾਂ ਮੈਂ ਕੰਪਨੀ ਭੁਲੇਖਾ ਕੱਢਦੇ ਵੀ ਗੱਡੀਆਂ ਇੱਥੋਂ ਲੈ ਜੂਗੀ, ਕਿਉਂਕਿ ਜੇ ਲੈ ਕੇ ਵੀ ਜਾਣੀਆਂ ਪ੍ਰਸ਼ਾਸਨ ਦੀ ਮਦਦ ਨਾਲ ਤਾਂ ਪਤਾ ਨਹੀਂ ਇੱਥੋਂ ਕਿੰਨੀਆਂ ਲਾਸ਼ਾਂ ਚੁੱਕਣੀਆਂ ਪੈਣੀਆਂ ਉਹਨਾਂ ਨੂੰ, ਕਿਉਂਕਿ ਸਾਡੇ ਬੰਦੇ ਇਹ ਤਾਂ ਹੈ ਨਹੀਂ ਹਰ ਰੋਜ਼, ਤੁਹਾਨੂੰ ਵੀ ਪਤਾ ਹਮਦਰਦੀ ਹੈ ਸਾਡੀ ਲੋਕਾਂ ਨਾਲ। ਜੇ ਅਸੀਂ ਪ੍ਰੈਸ ਕਾਨਫਰੰਸ ਨਹੀਂ ਕੀਤੀ ਜਾਂ ਇਹਨਾਂ ਦੇ ਲੀਡਰਾਂ ਨੂੰ ਨਹੀਂ ਮਿਲੇ ਤਾਂ ਇਹ ਦੱਸ ਦੇਣ ਵੀ ਸਾਨੂੰ ਇਹ ਹੜਤਾਲ ਬਿਨਾਂ ਦੱਸੇ ਕੀਤੀ ਗਈ ਹੈ, ਜਾਂ ਇਹਨਾਂ ਦੇ ਧਿਆਨ 'ਚ ਭਗਵੰਤ ਮਾਨ ਖੁਦ ਕਹਿ ਰਹੇ ਆ, ਮਾਨ ਸਾਹਿਬ, ਵੀ ਜਿਹੜੇ ਆ ਪ੍ਰਾਈਵੇਟ ਕੰਪਨੀਆਂ ਉਹ ਮੁਲਾਜ਼ਮਾਂ ਨੂੰ 25-30 ਹਜ਼ਾਰ ਲੈਂਦੇ ਆ ਤੇ ਦਿੰਦੇ 5-7 ਹੈ, ਉਹਨਾਂ ਦੇ ਸਾਰਾ ਕੁਝ ਧਿਆਨ 'ਚ ਹੈ। ਫਿਰ ਵੀ ਉਹ ਗੱਲਾਂ ਜਿਹੜੀਆਂ ਸਿਹਤ ਮੰਤਰੀ ਟਾਲ ਮਟੋਲ ਵਾਲੀਆਂ ਕਰਦੇ ਆ, ਤਾਂ ਫਿਰ ਇਹ ਗੱਲਾਂ ਜਿਹੜੀਆਂ ਹਾਸੋਹੀਣੀਆਂ ਜਾਂ ਕੰਪਨੀ ਦੇ ਦਬਾਅ ਹੇਠ ਆ ਕੇ ਇਹ ਗੱਲਾਂ ਕਰ ਰਹੇ ਆ। ਜੇ ਤੁਹਾਨੂੰ ਐਡੀ ਹਮਦਰਦੀ ਆ ਤਾਂ ਤੁਹਾਨੂੰ ਲੱਗਦਾ ਵੀ ਲੋਕਾਂ ਦੀਆਂ ਕੀਮਤੀ ਜਾਨਾਂ ਜਾ ਰਹੀਆਂ, ਤਾਂ ਸਾਡੀ ਤਨਖਾਹ ਵਧਾਉਣਾ ਕਿੱਡੀ ਕੁ ਖਾਸ ਗੱਲ ਹੈ। ਬੰਦੇ ਦੀ ਜਾਨ ਦੀ ਕੀਮਤ ਕਰੋੜਾਂ ਰੁਪਈਆ ਦੇ ਕੇ ਵੀ ਨਹੀਂ ਖਰੀਦੀ ਜਾ ਸਕਦੀ। ਤੁਸੀਂ ਅੱਜ ਸਾਡੀ ਤਨਖਾਹ ਵਧਾਓ, ਸਾਨੂੰ ਕੋਈ ਪ੍ਰੋਟੋਕਾਲ ਦਿਓ ਵੀ ਇਸ ਤਹਿਤ ਤੁਹਾਨੂੰ ਅੰਡਰ ਕਰਾਂਗੇ, ਆਹ ਸਮਾਂ ਲਓ, ਅਸੀਂ ਕਹਿੰਦੇ ਆ, ਅਸੀਂ ਮੰਨਦੇ ਆ ਉਹ ਚੀਜ਼ਾਂ। ਇਹ ਤਾਂ ਨਹੀਂ ਵੀ ਨਾ ਮੈਂ ਤਨਖਾਹ ਵਧਾ ਸਕਦਾ, ਨਾ ਮੈਨੂੰ ਕੰਮ ਤੇ ਆਓ। ਫਿਰ ਕੰਮ ਤੇ ਆਉਣ ਲਈ ਵੀ ਤੁਸੀਂ ਕਹਿ ਨਹੀਂ ਸਕਦੇ। ਜੇ ਤੁਸੀਂ ਇੰਨਾ ਸਖਤ ਰਵੱਈਆ ਅਪਣਾਉਣਾ ਤਾਂ ਫਿਰ ਸਾਡੇ ਕੋਲੇ ਤਾਂ ਨਾ ਡਾਂਗ ਹੈ ਜੀ, ਨਾ ਗੋਲੀ ਹੈ। ਅਸੀਂ ਤਾਂ ਪੁਲਿਸ ਦਾ ਤਸ਼ੱਦਦ ਸਹਿਣ ਨੂੰ ਤਿਆਰ ਹਾਂ ਜੀ। ਅਗਲੀ ਰਣਨੀਤੀ ਕੀ ਤਿਆਰ ਕੀਤੀ ਹੈ ਹੁਣ ਜਿੱਦਾਂ ਵੀ ਚੱਲ ਰਿਹਾ ਧਰਨਾ, ਕਦੋਂ ਤੱਕ ਚੱਲੂਗਾ? ਨਾਲੇ ਇੱਕ ਦੂਸਰੀ ਗੱਲ, ਰੋਡ ਦੇ ਇੱਕ ਪਾਸੇ ਬੈਠੇ ਹੋ, ਸਰਕਾਰ ਤਾਂ ਕਹਿੰਦੀ ਆ ਵੀ ਬੈਠੇ ਰਹੋ, ਕੋਈ ਚੱਕਰ ਨਹੀਂ, ਸਾਨੂੰ ਕੀ ਹੈ? ਬਿਲਕੁਲ ਜੀ, ਅਸੀਂ ਤੁਹਾਨੂੰ ਪਤਾ ਸ਼ਾਂਤਮਈ ਬੈਠੇ ਆ, ਪਰ ਅਸੀਂ ਕੱਲ ਜੋ ਰੋਡ ਬੰਦ ਕਰਨ ਦਾ ਪਲਾਨ ਬਣਾਇਆ ਸੀ ਵੱਖ-ਵੱਖ ਜਥੇਬੰਦੀਆਂ ਨਾਲ ਮਿਲ ਕੇ, ਕਿਉਂਕਿ ਉਹ ਸਾਡੀ ਜਥੇਬੰਦੀਆਂ ਸੰਘਰਸ਼ ਦੇ ਵਿੱਚ ਬਹੁਤ ਤਨੋਂ ਮਨੋਂ ਸਾਥ ਦੇ ਰਹੀਆਂ, ਜਿੱਦਾਂ ਰਾਸ਼ਟਰੀ ਭਗਵਾਂ ਸੈਨਾ ਸ੍ਰੀ ਪੰਕਜ ਜੀ ਤੇ ਸੰਤੋਖ ਗਿੱਲ ਜੀ ਤੇ ਬਾਬਾ ਨਛੱਤਰ ਦਾਸ ਜੀ, ਤੇ ਅਸੀਂ ਉਹ ਰੋਡ ਜਾਮ ਕਰਨਾ ਸੀ, ਪਰ ਪ੍ਰਸ਼ਾਸਨ ਕਾਫੀ ਸਾਡੇ ਕੋਲੇ ਪਹਿਲਾਂ ਪਹੁੰਚ ਗਿਆ ਸੀ। ਤੁਹਾਨੂੰ ਪਤਾ ਜਿਹੜੇ MP ਆਪਣੇ ਸੰਤੋਖ ਚੌਧਰੀ ਆ, ਉਹਨਾਂ ਦੀ ਮੌਤ ਹੋ ਗਈ ਸੀਗੀ ਭਾਰਤ ਜੋੜੋ ਯਾਤਰਾ ਦੌਰਾਨ, ਤੇ ਕੱਲ ਉਹਨਾਂ ਦਾ ਸੰਸਕਾਰ ਸੀ। ਤਾਂ ਪ੍ਰਸ਼ਾਸਨ ਨੇ ਅਪੀਲ ਕੀਤੀ, ਉਹ ਪ੍ਰੈਸ ਦੇ ਵਿੱਚ ਵੀ ਉਹਨਾਂ ਨੇ ਕਿਹਾ ਵੀ ਇੱਥੋਂ ਲੰਘਣਾ ਵੱਖ-ਵੱਖ ਮੰਤਰੀਆਂ ਨੇ ਜਾਂ ਲੋਕਾਂ ਨੇ ਤਾਂ ਆਪਾਂ ਚੰਗੇ ਨਹੀਂ ਲੱਗਦੇ ਇਹ ਗੱਲ ਕਰਦੇ, ਆਪਾਂ ਕਿਸੇ ਦੁੱਖ ਦਰਦ ਦੇ ਵਿੱਚ ਆਪਾਂ ਸ਼ਰੀਕ ਨਹੀਂ ਹੋਣਾ, ਤਾਂ ਆਪਾਂ ਤੰਗ ਵੀ ਨਾ ਕਰੀਏ। ਤਾਂ ਅਸੀਂ ਉਹਨਾਂ ਦੀ ਗੱਲ ਮੰਨੀ ਆ, ਤੇ ਉਹਨਾਂ ਨੇ ਸਾਨੂੰ ਭਰੋਸਾ ਵੀ ਦਿਵਾਇਆ ਵੀ ਅਸੀਂ ਤੁਹਾਡੀ ਜਲਦੀ ਜਿਹੜੀ CM ਸਾਹਿਬ ਨਾਲ ਮੀਟਿੰਗ ਕਰਵਾਉਣ ਜਾ ਰਹੇ ਹਾਂ, ਤੇ ਉਹਨਾਂ ਨੇ ਕੱਲ ਤੱਕ ਦਾ ਟਾਈਮ ਲਿਆ। ਨਹੀਂ, ਕੋਈ ਨਾ ਕੋਈ ਅੱਗੇ ਦੀ ਰਣਨੀਤੀ ਘੜਾਂਗੇ ਜੀ। ਸੋ ਬਾਈ ਤੁਸੀਂ ਸਮਾਂ ਦਿੱਤਾ, ਬਹੁਤ ਬਹੁਤ ਧੰਨਵਾਦ। ਸੰਘਰਸ਼
ਚੱਲਦਾ ਰਹੇਗਾ, ਤੁਹਾਡੀ ਜਿੱਤ ਹੋਵੇ, ਜੋ ਵੀ ਠੀਕ ਹੈ ਉਹ ਹੋਵੇ, ਉਹਦੇ ਲਈ ਅਸੀਂ ਕਾਮਨਾ ਕਰਦੇ ਹਾਂ। ਬਹੁਤ ਬਹੁਤ ਧੰਨਵਾਦ ਜੀ ਬਾਈ, ਸਤਿ ਸ਼੍ਰੀ ਅਕਾਲ ਜੀ। ਸੋ ਐਂਬੂਲੈਂਸ ਚਾਲਕ ਇਸ ਸਮੇਂ ਧਰਨੇ ਤੇ ਨੇ, ਵੱਖ-ਵੱਖ ਮੰਗਾਂ ਨੇ। ਤੁਹਾਡੇ ਨਾਲ ਅਮਨਦੀਪ ਬਾਈ ਨੇ ਸਾਰਾ ਕੁਝ ਖੋਲ ਕੇ ਤੁਹਾਡੇ ਅੱਗੇ ਰੱਖਿਆ ਹੈ। ਐਂਬੂਲੈਂਸਾਂ ਦਾ ਹਾਲ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ, ਅੰਦਰੋਂ ਤੁਹਾਨੂੰ ਐਂਬੂਲੈਂਸਾਂ ਦਾ ਹਾਲ ਦਿਖਾਉਂਦੇ ਆ। ਤਦ ਤੱਕ ਲਈ ਤੁਸੀਂ ਜੁੜੇ ਰਹੋ ਦਾ ਟੀਵੀ NRI ਦੇ ਨਾਲ। ਧੰਨਵਾਦ। ਜੇ ਤੁਸੀਂ ਵੀ ਚਾਹੁੰਦੇ ਹੋ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੇ ਵਿੱਚ ਵਿਆਹ, ਤਾਂ ਇੱਕੋ ਇੱਕ ਰਾਹ NRI ਮੈਰਿਜ ਬਿਊਰੋ। NRI Marriage Bureau. Find your perfect human.